ਸਾਰੇ ਬੱਚਿਆਂ ਦਾ ਪੰਜਾਬੀ ਦੀ ਜਮਾਤ ਵਿੱਚ ਸਵਾਗਤ ਹੈ। ਲੈਸਨ 13 ਸਕਾਊਟਿੰਗ ਅਤੇ ਗਾਈਡਿੰਗ। ਭਾਰਤ ਸਕਾਊਟਿੰਗ ਅਤੇ ਗਾਈਡਿੰਗ ਯੁਵਕਾਂ ਅਤੇ ਲਈ ਇੱਕ ਸਵੈ ਇੱਛਕ ਗੈਰ ਰਾਜਨੀਤਿਕ ਵਿਦਿਆਪਕ ਅੰਦੋਲਨ ਹੈ ਜੋ ਹਰ ਇੱਕ ਵਿਅਕਤੀ ਦੇ ਲਈ ਬਿਨਾਂ ਕਿਸੇ ਜਾਤ, ਵੰਸ਼ ਅਤੇ ਭੇਦਭਾਵ ਤੋਂ ਦੂਰ ਅਮੀਰ ਗਰੀਬ, ਪੇਂਡੂ ਸ਼ਹਿਰੀਆਂ ਲਈ ਸਾਂਝਾ ਮੰਚ ਹੈ। ਇਹ ਸਿੱਖਿਆ, ਚਰਿੱਤਰ ਟ੍ਰੇਨਿੰਗ ਦੀ ਇੱਕ ਮਾਨਤਾ ਪ੍ਰਾਪਤ ਸੰਸਥਾ ਹੈ ਜੋ ਬੱਚਿਆਂ ਵਿੱਚ ਚਰਿੱਤਰ ਨਿਰਮਾਣ, ਸਿਹਤ, ਕਾਰਜ ਕੁਸ਼ਲਤਾ ਅਤੇ ਸੇਵਾ ਕਰਨ ਦੀ ਭਾਵਨਾ ਪੈਦਾ ਕਰਦੀ ਹੈ। ਅੱਜ ਦਾ ਯੁੱਗ ਕੌਮਾਂਤਰੀ ਭਾਈਚਾਰੇ ਦਾ ਯੁੱਗ ਹੈ। ਸੰਚਾਰ ਦੇ ਸਥਾਪਕ ਅਤੇ ਸੂਚਨਾ ਤਕਨਾਲੋਜੀ ਕਰਕੇ ਪੂਰੀ ਦੁਨੀਆ ਹੁਣ ਇੱਕ ਪਿੰਡ ਦਾ ਰੂਪ ਧਾਰਨ ਕਰ ਗਈ ਹੈ। ਕੌਮਾਂਤਰੀ ਪੱਧਰ ਤੇ ਹੋਏ ਬਦਲਾਵ ਮੌਕੇ ਸਕਾਊਟਿੰਗ ਅਤੇ ਗਾਈਡਿੰਗ ਦੀ ਅਹਿਮੀਅਤ ਹੋਰ ਵੀ ਪਕੇਰੀ ਹੋ ਜਾਂਦੀ ਹੈ ਕਿਉਂਕਿ ਸਕਾਊਟਿੰਗ ਵੀ ਇੱਕ ਕੌਮਾਂਤਰੀ ਸੰਸਥਾ ਹੈ। ਵਿਸ਼ਵ ਵਿੱਚ ਸਕਾਊਟਿੰਗ ਦਾ ਮੁੱਢ ਇੱਕ ਅੰਗਰੇਜ਼ ਸੈਨਾ ਅਧਿਕਾਰੀ ਲਾਰਡ ਬੈਲਡਨ ਭਾਵੇਂ BP ਨੇ 1907 ਵਿੱਚ ਅੰਗਰੇਜ਼ ਬੱਚਿਆਂ ਵਿੱਚ ਸਰੀਰਕ, ਬੌਧਿਕ, ਸਮਾਜਿਕ, ਅਧਿਆਤਮਕ ਅਤੇ ਭਾਵਨਾਤਮਕ ਮਜ਼ਬੂਤੀ ਤੇ ਵਿਕਾਸ ਲਈ ਇੰਗਲੈਂਡ ਦੇ ਬਰਾਊਨ ਸੀ ਆਈਲੈਂਡ ਤੋਂ ਆਰੰਭ ਕੀਤੀ। ਇਸ ਮੌਕੇ 20 ਲੜਕੀਆਂ ਨੇ ਕੈਂਪ ਵਿੱਚ ਪੈਟਰੋਲ ਸਿਸਟਮ ਤੇ ਸਹਿਤ ਹਿੱਸਾ ਲਿਆ। 1908 ਵਿੱਚ ਸਕਾਊਟਿੰਗ ਫਾਰ ਬੁਆਇਜ਼ ਨਾਮਕ ਪੁਸਤਕ ਪ੍ਰਕਾਸ਼ਿਤ ਕੀਤੀ। 1908 ਵਿੱਚ ਹੀ ਇੰਗਲੈਂਡ ਦੇ ਸਮਰਾਟ ਐਡਵਰਡ 7ਵੇਂ ਨੇ ਇਸ ਸੰਸਥਾ ਨੂੰ ਮਾਨਤਾ ਦੇ ਦਿੱਤੀ। ਇਸ ਤੋਂ ਬਾਅਦ ਇਹ ਲਹਿਰ ਸੰਸਾਰ ਦੇ ਕੋਨੇ-ਕੋਨੇ ਵਿੱਚ ਫੈਲਣ ਲੱਗੀ। 1920 ਨੂੰ ਲੰਦਨ ਵਿਖੇ ਪਹਿਲੀ ਸੰਸਾਰ ਜੰਬੂਰੀ ਦਾ ਆਯੋਜਨ ਆਇਆ ਜਿਸ ਵਿੱਚ 34 ਦੇਸ਼ਾਂ ਦੇ 8,000 ਸਕਾਊਟਾਂ ਨੇ ਭਾਗ ਲਿਆ। ਸਕਾਊਟ ਜੰਬੂਰੀ ਦਾ ਆਯੋਜਨ 4 ਸਾਲਾਂ ਬਾਅਦ ਹੁੰਦਾ ਹੈ। ਭਾਰਤ ਵਿੱਚ ਵਿਸ਼ਵ ਪੱਧਰੀ ਸਕਾਊਟਿੰਗ ਸੰਗਠਨ ਤੇ ਅੰਗਰੇਜ਼ ਸਰਕਾਰ ਨੇ ਮਾਨਤਾ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਇਹ ਅੰਦੋਲਨ ਕ੍ਰਾਂਤੀਕਾਰੀ ਹੱਥਾਂ 'ਚ ਨਾ ਚਲਿਆ ਜਾਵੇ। ਇਸ ਕਰਕੇ ਸਿਰਫ ਅੰਦੋਲਨ
ਐਡੀਸ਼ਨ ਨੂੰ ਹੀ ਸਕਾਊਟਿੰਗ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਸੀ। ਭਾਰਤੀ ਸਕਾਊਟਿੰਗ ਦੇ ਮੁੱਢਲੇ ਉਸਾਰੀਆਂ ਵਿੱਚੋਂ ਪੰਡਿਤ ਸੀ ਰਾਮ ਬਾਜਪਾਨੀ, ਪੰਡਿਤ ਮਦਨ ਮੋਹਨ ਮਾਲਵੀਆ, ਡਾਕਟਰ ਸੈਣੀ ਵੀ ਸੈੱਟ, ਡਾਕਟਰ ਹਿਰਦੇ ਨਾਥ ਕੰਜੂਰ ਵਰਗੇ ਮਹਾਂਪੁਰਸ਼ਾਂ ਦੇ ਯਤਨਾਂ ਸਦਕਾ ਹੀ 7 ਨਵੰਬਰ 1950 ਨੂੰ ਭਾਰਤ ਸਕਾਊਟ ਅਤੇ ਗਾਈਡ ਨਾਂ ਦੀ ਸੰਸਥਾ ਸਮੁੱਚੇ ਭਾਰਤ ਲਈ ਬਣਾਈ ਗਈ। ਭਾਰਤ ਦਾ ਰਾਸ਼ਟਰ ਪੱਧਰ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹੈ। ਨੈਸ਼ਨਲ ਹੈੱਡ ਕੁਆਰਟਰ ਪੰਚਮੁਖੀ ਮੱਧ ਪ੍ਰਦੇਸ਼ ਵੱਲੋਂ ਕੌਮਾਂਤਰੀ ਪੱਧਰ ਦੇ ਟ੍ਰੇਨਰ ALT ਅਤੇ LT ਤਿਆਰ ਕਰਨ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਹਰਿਆਣਾ ਸੂਬੇ ਦੇ ਸਕੂਲਾਂ ਵਿੱਚ ਸਕਾਊਟਿੰਗ ਦੇ ਦਲ ਹਨ। ਸੂਬੇ ਦਾ ਮੁੱਖ ਦਫ਼ਤਰ ਹਰਿਆਣਾ ਸਟੇਟ ਸਕਾਊਟ ਅਤੇ ਗਾਈਡਜ਼ ਚੰਡੀਗੜ੍ਹ ਦੇ 14 ਸੈਕਟਰ ਵਿੱਚ ਸਥਿਤ ਹੈ। ਸਕਾਊਟਿੰਗ ਤੇ ਗਾਈਡਜ਼ ਦੀ ਸਿਖਲਾਈ ਲਈ ਤਾਰਾ ਦੇਵੀ ਸ਼ਿਮਲਾ ਵਿੱਚ ਕੈਂਪ ਲਗਾਉਂਦੇ ਹਨ। ਹੁਣ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਦਫ਼ਤਰ ਬਣਾਇਆ ਗਿਆ ਹੈ। ਸਕਾਊਟਿੰਗ ਅਤੇ ਗਾਈਡਿੰਗ ਲਈ ਉਮਰ ਵਰਗਾਂ ਨਾਲ ਸੰਬੰਧਤ 3 ਸੰਸਥਾਵਾਂ ਹਨ। ਉਮਰ ਵਰਗ ਲੜਕੇ ਦੀ, ਲੜਕੀਆਂ ਦੀ 6 ਤੋਂ 10 ਸਾਲ ਕਬ ਬੁਲਬੁਲ, 11 ਤੋਂ 16 ਸਾਲ ਸਕਾਊਟ ਗਾਈਡ, 17 ਤੋਂ 25 ਸਾਲ ਰੋਵਰ ਜੇਰਰ। ਸਿਖਲਾਈ ਦੇਣ ਵਾਲਾ ਗਰੁੱਪ ਕਬ ਮਾਸਟਰ, ਸਕਾਊਟਿੰਗ ਮਾਸਟਰ, ਰੋਵਰ ਲੀਡਰ, ਗਾਈਡਰ, ਕੈਪਟਨ ਕਹਾਉਂਦੇ ਹਨ। ਸਕਾਊਟ ਅਤੇ ਗਾਈਡ ਦੀ ਵਿਸ਼ੇਸ਼ ਵਰਦੀ ਹੈ। ਇਹ ਗੱਲ ਵੀ ਸਕਾਰਫ ਪਹਿਨਦੇ ਹਨ, ਖੱਬਾ ਹੱਥ ਮਿਲਾਉਂਦੇ ਹਨ 3 ਉਂਗਲੀਆਂ ਨਾਲ। ਜਿਹੜਾ ਪਹਿਲਾਂ ਦੇਖਦਾ ਹੈ ਉਹਨਾਂ ਨੂੰ ਸੈਲੂਟ ਕਰਦੇ ਹਨ। ਇੱਕ ਵਿਸ਼ੇਸ਼ ਪਾਠ్యਕ੍ਰਮ ਸਿਲੇਬਸ ਦੇ ਤਹਿਤ ਹੀ ਸਿਖਲਾਈ ਦਿੱਤੀ ਜਾਂਦੀ ਹੈ, ਜਿਸ ਦੇ ਤਹਿਤ ਪਹਿਲਾ ਪੜਾਅ, ਦੂਜੇ ਪੜਾਅ, ਤੀਜੇ ਪੜਾਅ ਤੋਂ ਬਾਅਦ ਰਾਜ ਪੁਰਸਕਾਰ ਅਤੇ ਰਾਸ਼ਟਰਪਤੀ ਲਈ ਸਿਲੇਬਸ ਕਰਵਾਇਆ ਜਾਂਦਾ ਹੈ। ਈਸ਼ਵਰ ਪ੍ਰਤੀ ਫਰਜ਼, ਡਿਊਟੀ ਟੂ ਗੋਡ। ਦੂਜਿਆਂ ਪ੍ਰਤੀ ਫਰਜ਼, ਡਿਊਟੀ ਟੂ ਅਦਰਸ। ਆਪਣੇ ਪ੍ਰਤੀ ਫਰਜ਼, ਡਿਊਟੀ ਇਟ ਸੈਲਫ। ਇਸ ਵੀਡੀਓ ਨੂੰ ਵਾਰ-ਵਾਰ ਦੇਖੋ, ਸੁਣੋ ਤੇ ਸਮਝੋ।